ਇੱਕ ਇਨਸਾਨ ਬੜਾ ਹੀ ਦੁਖੀ ਸੀ ਆਪਣੀ ਗਰੀਬੀ ਤੋਂ, ਆਪਣੇ ਪਰਿਵਾਰ ਤੋਂ, ਆਪਣੇ ਦੁੱਖਾਂ ਤੋਂ। ਇੰਨਾ ਦੁਖੀ ਸੀ ਕਿ ਉਹਨੇ ਆਪਣਾ ਮਨ ਬਣਾ ਲਿਆ ਕਿ ਮੈਂ ਆਤਮ ਹੱਤਿਆ ਕਰ ਲੈਣੀ ਆ। ਤੇ ਉਹ ਆਤਮ ਹੱਤਿਆ ਕਰਨ ਲਈ ਜਾ ਰਿਹਾ ਸੀ ਤੇ ਰਾਸਤੇ 'ਚ ਇੱਕ ਸਾਧੂ ਮਿਲਿਆ ਉਸਨੂੰ। ਸਾਧੂ ਨੇ ਉਹਦੇ ਵੱਲ ਮੱਥੇ ਵੱਲ ਦੇਖਿਆ ਤੇ ਕਿ ਇਹ ਇਨਸਾਨ ਬੜਾ ਦੁਖੀ ਲੱਗਦਾ ਆ, ਚਲੋ ਇਹਨੂੰ ਪੁੱਛ ਹੀ ਲੈਂਦੇ ਆ। ਤਾਂ ਸਾਧੂ ਮਹਾਰਾਜ ਨੂੰ ਪੁੱਛਿਆ ਕਿ ਹਾਂ ਭਾਈ, ਤੂੰ ਬੜਾ ਦੁਖੀ ਲੱਗਦਾ ਪਿਆ, ਕੀ ਗੱਲ ਹੋ ਗਈ? ਉਹ ਇਨਸਾਨ ਕਹਿ ਰਿਹਾ ਕਿ ਮਹਾਰਾਜ, ਮੈਂ ਆਪਣੀ ਗਰੀਬੀ ਤੋਂ ਬਹੁਤ ਦੁਖੀ ਹਾਂ, ਆਪਣੇ ਦੁੱਖਾਂ ਤੋਂ ਬਹੁਤ ਦੁਖੀ ਹਾਂ। ਮੈਂ ਆਪਣੇ ਪਰਿਵਾਰ ਲਈ ਕੁਛ ਕਰ ਨਹੀਂ ਸਕਦਾ, ਇਸ ਕਰਕੇ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਿਹਾ। ਇਸ ਜੀਵਨ ਦਾ ਫਾਇਦਾ ਕੀ ਆ ਕਿ ਮੈਂ ਕਿਸੇ ਦੇ ਕੰਮ ਹੀ ਨਹੀਂ ਆ ਸਕਾਂ, ਕਿਸੇ ਦੀ ਸਹਾਇਤਾ ਹੀ ਨਾ ਕਰ ਸਕਾਂ। ਤੇ ਸਾਧੂ ਕਹਿੰਦਾ ਠੀਕ ਆ, ਤੂੰ ਇੱਦਾਂ ਕਰ, ਆਤਮ ਹੱਤਿਆ ਨਾ ਕਰ, ਤੂੰ ਮੇਰੀ ਸੇਵਾ ਕਰੇਂਗਾ। ਜੇ ਤੂੰ ਮੇਰੀ 6 ਸਾਲ ਸੇਵਾ ਕਰੇਂਗਾ ਤਾਂ ਮੈਂ ਤੈਨੂੰ ਇੱਕ ਘੜਾ ਦੇਵਾਂਗਾ ਤੈਨੂੰ। ਉਸ ਘੜੇ ਵਿੱਚ ਤੂੰ ਜਦੋਂ ਵੀ ਹੱਥ ਪਾਵੇਂਗਾ, ਕੁਝ ਵੀ ਮਨ 'ਚ ਸੋਚੇਂਗਾ, ਉਹ ਚੀਜ਼ ਤੈਨੂੰ ਮਿਲ ਜੂਗੀ। ਕਹਿੰਦਾ ਜੇ ਤੂੰ 12 ਸਾਲ ਮੇਰੀ ਸੇਵਾ ਕਰੇਂਗਾ ਤੇ ਤੈਨੂੰ ਇਹ ਘੜਾ ਬਣਾਉਣਾ ਸਿਖਾ ਦਾਂਗਾ, ਫਿਰ ਤੂੰ ਸਾਰੀ ਜ਼ਿੰਦਗੀ ਐਸ਼ ਕਰੀ। ਬੋਲ, ਤੈਨੂੰ ਮਨਜ਼ੂਰ ਆ? ਅੱਜ ਕੱਲ੍ਹ ਇਨਸਾਨ ਦਾ ਤੁਹਾਨੂੰ ਪਤਾ ਹੀ ਆ ਕਿ ਮਤਲਬ ਹੀ ਹੁੰਦੇ ਨੇ। ਇਹ ਸਵਾਰਥਾਂ ਦੇ, ਗਰਜਾਂ ਦੇ ਰਿਸ਼ਤੇ ਨੇ। ਮੂੰਹ 'ਤੇ ਕੁਛ ਹੋਰ, ਪਿੱਠ ਪਿੱਛੇ ਕੋਰ ਹੋਰ। ਮਤਲਬੀ ਇਨਸਾਨ ਜਦੋਂ ਲੋੜ ਪੈਂਦੀ ਹੈ ਗਧੇ ਨੂੰ ਵੀ ਪਿਓ ਬਣਾ ਲੈਂਦਾ। ਤੇ ਉਸ ਇਨਸਾਨ ਨੇ ਸੋਚਿਆ ਕਿ ਯਾਰ 6 ਸਾਲ ਸੇਵਾ ਕਰ ਲੈਣੇ ਆ ਸਾਧੂ ਦੀ। ਇਹਦੀ ਮਨ 'ਚ ਵਿਚਾਰ ਕਰਦਾ ਪਿਆ ਕਿ 6 ਸਾਲ ਸੇਵਾ ਕਰ ਲਵਾਂ, ਇਹ ਕੋ ਘੜਾ ਲੈ ਲਵਾਂ ਕਿ ਮੈਂ ਅਮੀਰ ਬਣ ਜਾਊਂਗਾ, ਫਿਰ ਮੈਨੂੰ ਇਹਦੀ ਕੀ ਲੋੜ ਆ। ਜੇ ਮੈਂ 12 ਸਾਲ ਸੇਵਾ ਕੀਤੀ, ਕਹਿੰਦਾ ਮੈਨੂੰ ਹੋਰ ਮਿਹਨਤ ਕਰਨੀ ਪੈਣੀ। ਤੇ ਇਸ ਕਰਕੇ ਉਹਨੇ ਮਨ 'ਚ ਵਿਚਾਰ ਕੀਤਾ, ਆਪਣੇ ਆਪ ਨਾਲ ਸ਼ਾਰਟਕਟ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ। ਤਾਂ ਵਿਚਾਰ ਕਰਕੇ ਸਾਧੂ ਮਹਾਰਾਜ ਨੂੰ ਕਹਿ ਰਿਹਾ ਕਿ ਮਹਾਰਾਜ, ਮੈਂ ਤੁਹਾਡੀ 6 ਸਾਲ ਸੇਵਾ ਕਰਾਂਗਾ, ਤੁਸੀਂ ਮੈਨੂੰ ਘੜਾ ਦੇ ਦਿਓ ਤੇ ਮੈਂ ਸੁਖੀ ਹੋ ਜਾਊਂਗਾ। ਤੇ ਸਾਧੂ ਮਹਾਰਾਜ ਨੇ ਕਿਹਾ, ਬੇਟੇ ਹਜੇ ਵੀ ਸੋਚ ਲਾ, ਸਮਝ ਲਾ, ਮੇਰੀ ਗੱਲ ਮੰਨ ਲਾ, ਤੂੰ 12 ਸਾਲ ਸੇਵਾ ਕਰ। ਤੂੰ ਮੇਰੀ 12 ਸਾਲ ਸੇਵਾ ਕਰੇਂਗਾ, ਤੈਨੂੰ ਮੈਂ ਇਹ ਘੜਾ ਬਣਾਉਣਾ ਸਿਖਾ ਦੂੰਗਾ, ਠੀਕ ਆ? ਫਿਰ ਤੂੰ ਜੋ ਮਰਜ਼ੀ ਘੜੇ 'ਚ ਹੱਥ ਪਾਏਂਗਾ, ਜੋ ਵੀ ਮਨ 'ਚ ਵਿਚਾਰ ਕਰੇਂਗਾ, ਤੇਰਾ ਉਹ ਕੰਮ ਜਲਦੀ ਹੋ ਜਾਊਗਾ। ਤੂੰ ਅਮੀਰ ਬਣ ਜਾਏਗਾ, ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰੀ, ਉਹ ਜ਼ਿੰਦਗੀ ਦਾ ਆਨੰਦ ਲਈ। ਪਰ ਉਸ ਇਨਸਾਨ ਨੇ ਸਾਧੂ ਦੀ ਕੋਈ ਗੱਲ ਨਹੀਂ ਮੰਨੀ। ਨਹੀਂ ਮਹਾਰਾਜ, ਮੈਂ ਤਾਂ 6 ਸਾਲ ਹੀ ਸੇਵਾ ਕਰੂੰਗਾ, 12 ਸਾਲ ਕਿਹਨੇ ਦੇਖੇ? ਕਹਿੰਦਾ ਮੈਂ ਮਹਾਰਾਜ ਤੁਹਾਡੀ 6 ਸਾਲ ਹੀ ਸੇਵਾ ਕਰਾਂਗਾ। ਚਲੋ ਗੱਲਾਂ ਬਾਤਾਂ ਹੋਈਆਂ, ਇਨਸਾਨ ਸਾਧੂ ਦੇ ਆਸ਼ਰਮ ਚਲਾ ਗਿਆ ਤੇ ਰੋਜ਼ ਸੇਵਾ ਕਰਨ ਲੱਗ ਗਿਆ। ਕਰਦੇ ਕਰਦੇ ਜੋ 6 ਸਾਲ ਬੀਤ ਗਏ ਤੇ ਕਹਿੰਦਾ ਮਹਾਰਾਜ, ਮੇਰੇ 6 ਸਾਲ ਹੋ ਗਏ ਸੇਵਾ ਦੇ ਤੇ ਮੈਨੂੰ ਫਲ ਦਿਓ ਮੇਰਾ। ਤੇ ਤੁਸੀਂ ਕਹਿੰਦੇ ਘੜਾ ਦੇਵਾਂਗਾ। ਤੇ ਸਾਧੂ ਮਹਾਰਾਜ ਨੇ ਫਿਰ ਕਿਹਾ, ਕਹਿੰਦੇ ਬੇਟੇ ਮੇਰੀ 6 ਸਾਲ ਸੇਵਾ ਹੋ ਕਰ ਲਾ, 12 ਸਾਲ ਕਰ ਲਾ, ਤੈਨੂੰ ਮੈਂ ਬਣਾਉਣਾ ਸਿਖਾ ਦੂੰਗਾ ਘੜਾ। ਕਹਿੰਦਾ ਨਹੀਂ ਮਹਾਰਾਜ, ਮੇਰੇ ਕੋਲ ਇੰਨਾ ਸਮਾਂ ਨਹੀਂ ਹੈਗਾ, ਤੁਹਾਡੀ ਮੈਂ 6 ਸਾਲ ਮੈਂ ਸੇਵਾ ਕਰ ਲਈ, ਤੁਸੀਂ ਮੈਨੂੰ ਘੜਾ ਦੇ ਦਿਓ। ਤੇ ਸਾਧੂ ਨੇ ਕਿਹਾ ਕਿ ਠੀਕ ਆ ਬਈ, ਤੂੰ ਘੜਾ ਲੈ ਜਾ, ਮੇਰੀ ਇੱਕ ਸ਼ਰਤ ਆ। ਕਹਿੰਦੇ ਘੜਾ ਟੁੱਟਣਾ ਨਹੀਂ ਚਾਹੀਦਾ। ਜਿੱਦਣ ਇਹ ਘੜਾ ਟੁੱਟ ਗਿਆ, ਉਦੋਂ ਤੂੰ ਫਿਰ ਜ਼ੀਰੋ ਹੋ ਜਾਣਾ, ਤੂੰ ਉਦੋਂ ਫਿਰ ਦੁਖੀ ਹੋ ਜਾਣਾ। ਜੋ ਤੈਨੂੰ ਮਿਲਿਆ, ਧਨ ਦੌਲਤ ਐਸ਼ੋਰਾ ਮਿਲਿਆ, ਸਾਰਾ ਤੇਰਾ ਖਤਮ ਫਿਰ ਹੋ ਜਾਣਾ। ਬਸ ਇਹ ਘੜਾ ਟੁੱਟਣਾ ਨਹੀਂ ਚਾਹੀਦਾ। ਹਜੇ ਵੀ ਸੋਚ ਲਾ,
ਤੂੰ 6 ਸਾਲ ਮੇਰੀ ਹੋਰ ਸੇਵਾ ਕਰ ਲਾ, 12 ਸਾਲ ਪੂਰੇ ਹੋ ਜਾਓਗੇ, ਤੈਨੂੰ ਮੈਂ ਘੜਾ ਬਣਾਉਣਾ ਸਿਖਾ ਦੂੰਗਾ। ਕਹਿੰਦਾ ਨਹੀਂ ਨਹੀਂ ਮਹਾਰਾਜ, ਮੈਂ ਤਾਂ ਬਸ ਤੁਸੀਂ ਮੈਨੂੰ ਇਹੀ ਦੇ ਦਿਓ, ਮੈਂ ਚੱਲ ਜਾਵਾਂਗਾ, ਮੈਂ ਵਾਅਦਾ ਕਰਦਾ ਘੜਾ ਟੁੱਟੂਗਾ ਨਹੀਂ। ਚਲੋ ਮਹਾਰਾਜ ਤੋਂ ਆਸ਼ੀਰਵਾਦ ਲਿੱਤਾ, ਸਾਧੂ ਮਹਾਰਾਜ ਨੂੰ ਘੜਾ ਦੇ ਦਿੱਤਾ। ਸਮਾਂ ਬੀਤਦਾ ਗਿਆ, ਉਹ ਘੜੇ ਵਿੱਚ ਹੱਥ ਪਾਇਆ ਕਰੇ, ਮਨ 'ਚ ਵਿਚਾਰ ਕਰਿਆ ਕਿ, ਤੇ ਉਹਨੂੰ ਜੋ ਚਾਹੁੰਦਾ ਉਹ ਮਿਲੀ ਜਾਂਦਾ। ਹੌਲੀ ਹੌਲੀ ਕਰਦਾ ਉਹ ਅਮੀਰ ਬਣ ਗਿਆ। ਜਦੋਂ ਅਮੀਰ ਬਣਨ ਲੱਗ ਪਿਆ, ਕਾਰੋਬਾਰ ਵਧਣ ਲੱਗ ਗਿਆ, ਤੇ ਇੱਕ ਜਿਹੜਾ ਰੁਪਇਆ ਲక్ష్ਮੀ ਆ, ਹੈ ਨਾ, ਲక్ష్ਮੀ ਦਾ ਦੂਜਾ ਰੂਪ ਹੈਗਾ ਮਾਇਆ। ਮਾਇਆ ਦਾ ਕੰਮ ਕੀ ਹੁੰਦਾ? ਡਸਣਾ, ਡੰਗ ਮਾਰਨਾ। ਜਦੋਂ ਇਨਸਾਨ ਦੀ ਜ਼ਰੂਰਤ ਤੋਂ ਵੱਧ ਦੌਲਤ ਹੋ ਜਾਂਦੀ ਆ, ਜ਼ਰੂਰਤ ਤੋਂ ਵੱਧ ਪੈਸਾ ਇਕੱਠਾ ਹੋ ਜਾਂਦਾ, ਤਾਂ ਉਹਦੀ ਕੀ ਕਰਦੀ ਮਾਇਆ? ਲక్ష్ਮੀ ਕੀ ਕਰਦੀ ਆ? ਲక్ష్ਮੀ ਜਿਹੜਾ ਦੂਜਾ ਰੂਪ ਮਾਇਆ, ਉਹ ਬੁੱਧੀ ਭ੍ਰਿਸ਼ਟ ਕਰਦੀ ਆ। ਫਿਰ ਇਨਸਾਨ ਕੀ ਕਰਦਾ? ਫਿਰ ਉਹ ਕ੍ਰਿਕਟ ਜਿਹੜੇ ਚੱਲਦੇ ਆ, ਮੈਚਾਂ 'ਤੇ ਪੈਸਾ ਲਾਉਣ ਲੱਗ ਜਾਂਦਾ, ਹੈ ਨਾ, ਔਰਤਬਾਜ਼ੀ ਕਰਨ ਲੱਗ ਜਾਂਦਾ, ਜੂਆ ਖੇਡਣ ਲੱਗ ਜਾਂਦਾ। ਇੱਦਾਂ ਮਤਲਬ ਬੁੱਧੀ ਭ੍ਰਿਸ਼ਟ ਮਾਇਆ ਕਰ ਦਿੰਦੀ ਆ। ਫਿਰ ਇਨਸਾਨ ਗਲਤ ਰਸਤੇ ਚੱਲਣ ਲੱਗ ਜਾਂਦਾ, ਅਤੇ ਉਸ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਮਾਇਆ ਨੇ, ਅਤੇ ਉਹ ਨਸ਼ੇ ਕਰਨ ਲੱਗ ਗਿਆ, ਦਾਰੂ ਪੀਣ ਲੱਗ ਗਿਆ, ਅਤੇ ਮੈਚਾਂ 'ਤੇ ਪੈਸੇ ਲਾਉਣ ਲੱਗ ਗਿਆ। ਇੱਕ ਦਿਨ ਕੀ ਕੀਤਾ ਉਹਨੇ? ਫੁੱਲ ਦਾਰੂ ਪੀਤੀ, ਨਸ਼ਾ ਪੂਰਾ ਕਰ ਲਿਆ ਦਾਰੂ ਦਾ, ਨੱਚਣ ਲੱਗ ਗਿਆ ਖੁਸ਼ੀ ਵਿੱਚ। ਨੱਚਦਾ 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 ਉਹ ਪੈਰ ਨਾ ਉਹਦਾ ਘੜੇ ਤੇ ਵੱਜ ਗਿਆ। ਜਦੋਂ ਉਹਦਾ ਪੈਰ ਘੜੇ ਤੇ ਵੱਜਿਆ, ਘੜਾ ਗਿਆ ਟੁੱਟ ਗਿਆ। ਤੇ ਸਵੇਰ ਹੋਈ, ਉਹਨੂੰ ਹੋਸ਼ ਆਈ ਜਦੋਂ ਨਸ਼ੇ ਤੋਂ ਉਤਰਿਆ, ਘੜਾ ਦੇਖਣ ਗਿਆ ਤਾਂ ਘੜਾ ਟੁੱਟਿਆ ਪਿਆ। ਮਨ 'ਚ ਬੜਾ ਅਫਸੋਸ ਹੋਇਆ, ਰੋਣ ਲੱਗ ਗਿਆ ਕਿ ਹੁਣ ਮੇਰਾ ਸਾਰਾ ਕੁਛ ਇਹ ਵਾਪਸ ਚਲੇ ਜਾਣਾ। ਸਾਧੂ ਨੇ ਮੈਨੂੰ ਕਿਹਾ ਸੀ, ਤੇ ਜੇ ਘੜਾ ਟੁੱਟ ਗਿਆ ਤੂੰ ਫਿਰ ਜ਼ੀਰੋ ਹੋ ਜਾਣਾ। ਸਮੇਂ ਦੀ ਚਾਲ, ਸਮੇਂ ਬਲਵਾਨ ਆ। ਥੋੜ੍ਹਾ ਸਮਾਂ ਬੀਤਦਾ ਗਿਆ, ਉਹਦੇ ਕਾਰੋਬਾਰ 'ਚ ਘਾਟੇ ਪੈਂਦੇ ਸ਼ੁਰੂ ਹੋ ਗਏ। ਬਿਮਾਰੀਆਂ ਘਰ 'ਚ ਲੱਗ ਗਈਆਂ, ਪੈਸਾ ਬਿਮਾਰੀਆਂ 'ਤੇ ਲੱਗਣ ਲੱਗ ਗਿਆ, ਕੋਰਟ ਕਚਹਿਰੀਆਂ ਚੱਕਰ ਪੈ ਗਏ। ਕਰਦਾ ਕਰਦਾ ਉਹ ਫਿਰ ਜ਼ੀਰੋ ਹੋਣ ਲੱਗ ਗਿਆ। ਜਦੋਂ ਘਾਟੇ ਪੈਣ ਲੱਗ ਗਏ, ਜ਼ੀਰੋ ਹੋਣ ਲੱਗ ਗਿਆ, ਤੇ ਉਹ ਫਿਰ ਸਾਧੂ ਕੋਲ ਗਿਆ। ਕਹਿੰਦਾ ਮਹਾਰਾਜ ਇੱਦਾਂ ਦਾ ਘੜਾ ਟੁੱਟ ਗਿਆ। ਕਹਿੰਦੇ ਹੁਣ ਮੈਂ ਕੀ ਕਰ ਸਕਦਾ? ਤੈਨੂੰ ਤੇਰਾ ਲਾਲਚ ਮਾਰ ਗਿਆ, ਤੂੰ ਸਬਰ ਨਹੀਂ ਕੀਤਾ, ਤੂੰ ਭਰੋਸਾ ਨਹੀਂ ਕੀਤਾ। ਤੈਨੂੰ ਕਾਹਲੀ ਸੀ ਮੈਂ ਜਲਦੀ ਜਲਦੀ ਅਮੀਰ ਬਣ ਜਾਵਾਂ, ਜਲਦੀ ਜਲਦੀ ਸਭ ਕੁਝ ਪਾ ਲਵਾਂ, ਅਤੇ ਇਸ ਕਰਕੇ ਹੁਣ ਮੈਂ ਇਹਦੇ ਵਿੱਚ ਕੁਛ ਨਹੀਂ ਕਰ ਸਕਦਾ। ਤਾਂ ਹੀ ਤੈਨੂੰ ਕਿਹਾ ਸੀ ਤੂੰ ਸੇਵਾ ਹੋਰ ਕਰ ਲਾ, 12 ਸਾਲ ਸੇਵਾ ਪੂਰੀ ਕਰ ਲਾ, ਤੈਨੂੰ ਮੈਂ ਘੜਾ ਬਣਾਉਣਾ ਸਿਖਾ ਦੂੰਗਾ। ਜੇ ਅੱਜ ਤੂੰ ਘੜਾ ਬਣਾਉਣਾ ਸਿੱਖਿਆ ਹੁੰਦਾ, ਜੇ ਟੁੱਟ ਗਿਆ ਤੂੰ ਫਿਰ ਬਣਾ ਲੈਂਦਾ, ਪਰ ਤੈਨੂੰ ਲਾਲਚ ਮਾਰ ਗਿਆ, ਅਤੇ ਇਸ ਕਰਕੇ ਹੁਣ ਮੈਂ ਕੁਛ ਨਹੀਂ ਕਰਦਾ। ਸੋ ਇਸੇ ਤਰ੍ਹਾਂ ਅਸੀਂ ਪ੍ਰਭੂ ਦੀ ਬੰਦਗੀ ਕਰਦੇ ਹਾਂ, ਪ੍ਰਭੂ ਦੀ ਭਗਤੀ ਕਰਦੇ ਹਾਂ, ਗੁਰੂ ਦਾ ਹੁਕਮ ਅਨੁਸਾਰ ਅਸੀਂ ਬੰਦਗੀ ਕਰਦੇ ਹਾਂ। ਬੰਦਗੀ ਕਰਦੇ ਕਰਦੇ ਸਾਨੂੰ ਬੜਾ ਕੁਝ ਦਿਖਣ ਲੱਗ ਪੈਂਦਾ, ਸਾਨੂੰ ਆਉਣ ਵਾਲਾ ਸਮਾਂ ਦਿਖਣ ਲੱਗ ਪੈਂਦਾ, ਕੱਲ੍ਹ ਕੀ ਹੋਣਾ ਉਹ ਪਤਾ ਲੱਗਣ ਲੱਗ ਜਾਂਦਾ। ਫਿਰ ਅਸੀਂ ਸੋਚਦੇ ਹਾਂ ਪਤਾ ਨਹੀਂ ਸਾਨੂੰ ਕੀ ਅੱਲਾ ਦੀਨ ਦਾ ਚਰਾਗ ਮਿਲ ਗਿਆ, ਸ਼ਾਇਦ, ਹੈ ਨਾ, ਕਿ ਗੁਰੂ ਨੇ ਸਾਨੂੰ ਸਭ ਕੁਝ ਦੇ ਦਿੱਤਾ। ਪਰ ਇਹ ਜਿਹੜਾ ਆਉਣ ਵਾਲਾ ਸਮਾਂ ਮਾਲਕ ਦਿਖਾਉਂਦਾ ਆ ਜਾਂ ਪਤਾ ਲੱਗਦਾ, ਇੱਕ ਇਸ ਸਫ਼ਰ ਦੀ ਸ਼ੁਰੂਆਤ ਦੀ ਨਿਸ਼ਾਨੀ ਆ ਇਹ, ਕਿ ਤੁਸੀਂ ਸਹੀ ਜਾ ਰਹੇ ਹੋ। ਪਰ ਅਸੀਂ ਇੱਕ ਸਟੇਸ਼ਨ 'ਤੇ ਫਸੇ ਨਹੀਂ ਰਹਿਣਾ, ਇਹ ਤੋਂ ਅੱਗੇ ਵੀ ਨਿਕਲਣਾ। ਇਹ ਤੋਂ ਅੱਗੇ ਦਾ ਸਫ਼ਰ ਬਹੁਤ ਵਧੀਆ, ਪਰ ਅਸੀਂ ਆਪਣੇ ਗੁਰੂ ਦਾ ਕਹਿਣਾ ਨਹੀਂ ਮੰਨਦੇ, ਗੁਰੂ ਦਾ ਹੁਕਮ ਨਹੀਂ ਮੰਨਦੇ। ਗੁਰੂ ਨੂੰ ਅਸੀਂ ਸੋਚਦੇ ਹਾਂ ਕਿ ਗੁਰੂ ਨੂੰ ਕਿਹੜਾ ਪਤਾ ਹੈਗਾ, ਅਸੀਂ ਗਲਤ ਪਾਸੇ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਸ਼ਾਰਟਕਟ ਰਸਤੇ ਅਪਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਸਾਡੇ ਦੁੱਖ ਦਾ ਕਾਰਨ ਬਣਦਾ। ਜੇ ਤੁਸੀਂ ਰਿੱਧੀਆਂ ਸਿੱਧੀਆਂ ਕਰੋਗੇ, ਮੋਹਣੀਆਂ ਸਿੱਧੀਆਂ ਕਰੋਗੇ, ਜਾਂ ਕੋਈ ਹੋਰ ਸਿੱਧੀਆਂ ਕਰੋਗੇ, ਹੈ ਨਾ, ਕਦੇ ਕਿਸੇ ਦੇਵੀ ਦੇਵਤੇ ਨੂੰ ਸਿੱਧ ਕਰ ਲਿਆ, ਕਦੇ ਕਿਸੇ ਨੂੰ ਸਿੱਧ ਕਰ ਲਿਆ, ਕਦੇ ਮੋਹਣੀ ਸਿੱਧ ਕਰ ਲਈ, ਇਹ ਜੇ ਚੱਕਰਾਂ 'ਚ ਤੁਸੀਂ ਪਾਓਗੇ ਤਾਂ ਇਹ ਦੁੱਖਾਂ ਦਾ ਘਰ ਹੈਗਾ, ਇਹਦੇ ਬਾਹਰ ਨਿਕਲਣ ਦਾ ਰਸਤਾ ਨਹੀਂ ਹੈਗਾ। ਜੇ ਤੁਸੀਂ ਸਿੱਧ ਕਰਨ ਦੇ ਚੱਕਰਾਂ 'ਚ ਪੈ ਗਏ, ਰਿੱਧੀ ਸਿੱਧੀਆਂ ਚੱਕਰਾਂ ਦੇ ਵਿੱਚ ਪੈ ਗਏ, ਤਾਂ ਇਹ ਤੁਹਾਡਾ ਦਲਦਲ ਆ। ਤੁਸੀਂ ਫਸ ਜਾਓਗੇ, ਆਪ ਵੀ ਫਸੋਗੇ, ਆਪਣੇ ਪਰਿਵਾਰ ਨੂੰ ਵੀ ਫਸਾਓਗੇ। ਇਸ ਕਰਕੇ ਤੁਸੀਂ ਪ੍ਰੇਮ ਦੇ ਮਾਰਗ ਨਾਲ ਚੱਲੋ, ਗੁਰੂ 'ਤੇ ਭਰੋਸਾ ਰੱਖ ਕੇ, ਗੁਰੂ 'ਤੇ ਵਿਸ਼ਵਾਸ ਰੱਖ ਕੇ, ਗੁਰੂ ਦੇ ਹੁਕਮ ਅਨੁਸਾਰ ਬੰਦਗੀ ਕਰਦੇ ਰਹੋ। ਗੁਰੂ ਜਿੱਦਾਂ ਕਹਿ ਰਿਹਾ ਉੱਦਾਂ ਬੰਦਗੀ ਕਰਦੇ ਰਹੋ, ਭਗਤੀ ਕਰਦੇ ਰਹੋ, ਔਰ ਸਹੀ ਤੁਸੀਂ ਆਪਣੇ ਮੰਜ਼ਿਲ ਤੱਕ ਪਹੁੰਚ ਜਾਓਗੇ। ਜੇ ਸ਼ਾਰਟਕਟ ਰਸਤੇ ਅਪਣਾਓਗੇ ਤਾਂ ਤੁਸੀਂ ਅੱਜ ਵੀ ਧੋਖਾ ਖਾਓਗੇ, ਕੱਲ੍ਹ ਵੀ ਧੋਖਾ ਖਾਓਗੇ। ਇਸ ਦੇ ਵਿੱਚ ਗੁਰੂ ਦਾ ਕੋਈ ਦੋਸ਼ ਨਹੀਂ ਹੈਗਾ, ਗੁਰੂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਦੁੱਖ ਵੀ ਤੁਹਾਡੇ ਆ, ਸੁੱਖ ਵੀ ਤੁਹਾਡੇ ਆ।
ਠੀਕ ਆ। ਗੁਰੂ ਨੇ ਤੁਹਾਡਾ ਸਹੀ ਮਾਰਗਦਰਸ਼ਨ ਕਰਨਾ, ਸਹੀ ਤੁਹਾਨੂੰ ਰਸਤਾ ਦਿਖਾਣਾ। ਠੀਕ ਆ। ਗੁਰੂ ਤੁਹਾਨੂੰ ਕਹਿ ਰਿਹਾ ਭਗਤੀ ਕਰੋ, ਤੁਸੀਂ ਸਿਮਰਨ ਕਰਦੇ ਰਹੋ, ਫਲ ਦੀ ਇੱਛਾ ਨਾ ਰੱਖੋ, ਕੋਈ ਮਨ ਦੇ ਵਿੱਚ ਸਵਾਲ ਨਾ ਰੱਖੋ, ਤੁਸੀਂ ਆਪਣੀ ਭਗਤੀ ਕਰਦੇ ਰਹੋ। ਜਿਹੜਾ ਅਧਿਆਤਮਿਕ ਦਾ ਰਸਤਾ, ਜਿਹੜਾ ਪਰਮਾਰਥ ਦਾ ਰਸਤਾ, ਜਿਹੜਾ ਰੂਹਾਨੀ ਸਫ਼ਰ ਦਾ ਰਸਤਾ, ਇਹ ਹੱਥ ਜੋੜ ਕੇ ਚੱਲਣ ਵਾਲਾ ਰਸਤਾ ਹੈ। ਇਹ ਨੀਵੀਂ ਹੋ ਕੇ ਚੱਲਣ ਵਾਲਾ ਰਸਤਾ ਹੈ। ਇਹ ਝੁੱਕ ਕੇ ਚੱਲਣ ਵਾਲਾ ਰਸਤਾ ਆ। ਇਹਦੇ ਵਿੱਚ ਤਾਨੇ ਮਿਹਣੇ ਸੁਣਨੇ ਹੀ ਪੈਣੇ ਆ। ਮਾਲਕ ਦੀ ਰਜ਼ਾ ਵਿੱਚ ਰਹਿਣਾ ਹੀ ਪੈਣਾ। ਤੇਰਾ ਪਾਣਾ ਮਿੱਠਾ ਲਾਗੇ, ਇਹ ਕਹਿਣਾ ਹੀ ਪੈਣਾ। ਇਹ ਰੂਹਾਨੀ ਸਫ਼ਰ ਵਿੱਚ ਇਦਾਂ ਹੋਣਾ ਚਾਹੀਦਾ। ਅਧਿਆਤਮ ਸਫ਼ਰ ਦੇ ਵਿੱਚ ਇਦਾਂ ਆਪਣੇ ਮਨ ਦੇ ਵਿਚਾਰ ਹੋਣੇ ਚਾਹੀਦੇ ਆ। ਗੁਰੂ ਦੀ ਰਜ਼ਾ 'ਚ ਰਹਿਣਾ ਚਾਹੀਦਾ, ਪਰਮਾਤਮਾ ਦੀ ਮੋਹ 'ਚ ਰਹਿਣਾ ਚਾਹੀਦਾ। ਜਿਹੜਾ ਹੈਗਾ ਰਿੱਧੀ ਸਿੱਧੀਆਂ ਚੱਕਰ, ਕਿਸੇ ਚੀਜ਼ ਨੂੰ ਵੱਸ ਕਰ ਲਿਆ, ਭੂਤ ਪ੍ਰੇਤਾਂ ਨੂੰ ਵੱਸ ਕਰ ਲਿਆ, ਮੋਹਣੀਆਂ ਨੂੰ ਵੱਸ ਕਰ ਲਿਆ, ਕਦੇ ਕਿਸ ਨੂੰ ਵੱਸ ਕਰ ਲਿਆ, ਇਹ ਤੁਹਾਡੇ ਦੁੱਖਾਂ ਦਾ ਕਾਰਨ ਆ। ਤੁਸੀਂ ਕਿਸ ਨੂੰ ਦਿਖਾ ਰਹੇ ਹੋ, ਕਿਸ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਹੋ। ਇਹ ਸੰਸਾਰ ਕਦੇ ਕਿਸੇ ਦਾ ਨਹੀਂ ਹੋਇਆ। ਠੀਕ ਆ। ਪਰਮਾਤਮਾ ਨੇ ਜਿਹਦੇ ਕੋਲ ਕੰਮ ਲੈਣਾ ਉਹ ਕੋਲ ਲੈ ਹੀ ਲੈਣਾ। ਅਸੀਂ ਕਿਸੇ ਦੇ ਕਰਮ ਨਹੀਂ ਚੇਂਜ ਕਰ ਸਕਦੇ। ਕਰਮਾਂ ਦਾ ਭੁਗਤਾਨ ਹਰ ਇਨਸਾਨ ਨੂੰ ਕਰਨਾ ਹੀ ਪੈਣਾ। ਜਦੋਂ ਅਸੀਂ ਗੁਰੂ ਦੀ ਮੌਜ ਨਾਲ ਚੱਲਦੇ, ਗੁਰੂ ਦੀ ਹੁਕਮ ਨਾਲ ਚੱਲਦੇ ਹਾਂ, ਤਾਂ ਜਿਹੜੇ ਦੁੱਖ ਆਉਣ ਵਾਲੇ ਹੁੰਦੇ ਆ ਉਹ ਸਾਡੇ ਸੂਲੀ ਦੇ ਸੂਲ ਬਣ ਜਾਂਦੇ ਆ, ਕਰਮ ਹਲਕੇ ਹੋ ਜਾਂਦੇ ਆ, ਪਰ ਭੁਗਤਾਨ ਕਰਨਾ ਹੀ ਪੈਂਦਾ। ਜੇ ਅਸੀਂ ਗੁਰੂ ਦੇ ਹੁਕਮ ਤੋਂ ਬਾਅਦ ਚੱਲਾਂਗੇ, ਗੁਰੂ ਦੇ ਕਹਿਣ ਤੋਂ ਬਾਅਦ ਚੱਲਾਂਗੇ, ਆਪਣੀਆਂ ਮਰਜ਼ੀਆਂ ਕਰਾਂਗੇ, ਤਾਂ ਦੁੱਖ ਵੀ ਤੁਹਾਨੂੰ ਹੀ ਸਹਿਣੇ ਪੈਣੇ ਆ। ਐਵੇਂ ਮੱਛੀ ਵਾਂਗੂ ਜਿਹਦਾ ਪੱਥਰ ਚੱਟ ਕੇ ਵਾਪਸ ਆ ਜਾਂਦੀ ਆ, ਇਹੋ ਜਿਹਾ ਸਫ਼ਰ ਨਾ ਤੈਅ ਕਰੋ। ਠੀਕ ਹੈ। ਗੁਰੂ ਫਿਰ ਵੀ ਤੁਹਾਨੂੰ ਗੱਲ ਨਾ ਲਗਾਏਗਾ। ਤੁਸੀਂ 1000 ਗਲਤੀਆਂ ਕਰ ਲਓਗੇ, ਗੁਰੂ ਤੁਹਾਨੂੰ ਫਿਰ ਵੀ ਗੱਲ ਨਾ ਲਗਾਏਗਾ।